ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਹਾੜੇ ਤੇ ਉਹਨਾਂ ਦੇ ਜੱਦੀ ਪਿੰਡ ਸਰਾਭਾ ਵਿਖੇ ਪਹੁੰਚ ਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਨੇ। ਇਸ ਮੌਕੇ ਇਆਲੀ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਸ਼ਹੀਦ ਸਰਾਭਾ ਦਾ ਪਿੰਡ ਮੇਰੇ ਵਿਧਾਨ ਸਭਾ ਹਲਕਾ ਦਾਖਾ ਵਿੱਚ ਆਉਂਦਾ ਹੈ। ਉਹਨਾਂ ਕਿਹਾ ਕਿ ਬਾਦਲ ਸਰਕਾਰ ਮੌਕੇ ਸ਼ਹੀਦ ਸਰਾਭਾ ਦੇ ਜੱਦੀ ਪਿੰਡ ਦੀ ਸੰਭਾਲ ਕੀਤੀ ਗਈ ਹੈ ਅਤੇ ਯਾਦਗਾਰੀ ਇਮਾਰਤ ਬਣਾਈ ਗਈ। ਅੱਗੇ ਵੀ ਸ਼ਹੀਦ ਸਰਾਭਾ ਦੀ ਇਮਾਰਤ ਤੇ ਜੱਦੀ ਘਰ ਵੱਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਰਹੇਗਾ। ਦੋਸਤਾਂ ਨੂੰ ਸਭ ਤੋਂ ਪਹਿਲਾਂ ਮੈਂ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਪਤਾ ਹੀ ਕਿ ਅੱਜ ਸਾਡੇ ਦੇਸ਼ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਜਨਮ ਦਿਹਾੜਾ ਹੈ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਉਹਨਾਂ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਹਾਂ। ਅੱਜ ਜੋ ਉਹਨਾਂ ਦਾ ਜੱਦੀ ਪਿੰਡ ਆ ਸਰਾਭਾ ਅਤੇ ਉਹਨਾਂ ਦਾ ਜੋ ਜੱਦੀ ਘਰ ਹੈ, ਉਸ ਘਰ ਦੇ ਵਿੱਚ ਹੀ ਅਸੀਂ ਪਹੁੰਚੇ ਹਾਂ ਉਹਨਾਂ ਨੂੰ ਨਤਮਸਤਕ ਹੋਣ ਦੇ ਲਈ। ਸੋ ਕਿਉਂਕਿ ਅੱਜ ਤੋਂ 124 ਸਾਲ ਪਹਿਲਾਂ ਇਸੇ ਘਰ ਦੇ ਵਿੱਚ ਹੀ ਉਹਨਾਂ ਦਾ ਜਨਮ ਹੋਇਆ ਅਤੇ ਜਿਸ ਘਰ ਨੂੰ ਅੱਜ ਤੱਕ ਵੀ ਬਹੁਤ ਵਧੀਆ ਢੰਗ ਨਾਲ ਸੰਭਾਲਿਆ ਗਿਆ। ਪਿਛਲੇ ਸਮੇਂ ਕੁਛ ਹਾਲਤ ਵੀ ਖਰਾਬ ਹੋਈ ਸੀ, ਲੇਕਿਨ ਉਸ ਸਮੇਂ ਵੀ ਸਾਰਾ ਦੀ ਰਿਪੇਅਰ ਜੋ ਵੀ ਹੋਣ ਵਾਲੀ ਸੀ ਕਰਵਾਈ ਗਈ, ਕਿਉਂਕਿ ਇਹ ਵਿਰਸਾ ਸਾਡਾ, ਇਹ ਵਿਰਾਸਤ, ਇਹ ਸੰਭਾਲਣ ਦੀ ਲੋੜ ਆ। ਸੋ ਇਸ ਘਰ ਦੇ ਵਿੱਚ ਅੱਜ ਤੋਂ 124 ਸਾਲ ਪਹਿਲਾਂ 24 ਮਈ 1896 ਈਸਵੀ ਨੂੰ ਉਹਨਾਂ ਦਾ ਜਨਮ ਹੋਇਆ ਅਤੇ ਉਸ ਤੋਂ ਬਾਅਦ ਮੁੱਢਲੀ ਵਿੱਦਿਆ ਇੱਥੇ, ਕਿਉਂਕਿ ਉਹਨਾਂ ਨੇ ਸਕੂਲ ਦੇ ਵਿੱਚੋਂ, ਉਸ ਤੋਂ ਬਾਅਦ ਮਾਲਵਾ ਸਕੂਲ ਦੇ ਵਿੱਚੋਂ ਪ੍ਰਾਪਤ ਕੀਤੀ। ਉਸ ਤੋਂ ਬਾਅਦ ਵਿਦੇਸ਼ ਦੇ ਵਿੱਚ, ਉਸ ਸਮੇਂ ਉਹਨਾਂ ਨੂੰ ਵਿਦੇਸ਼ ਦੇ ਵਿੱਚ ਪੜ੍ਹਨ ਲਈ ਭੇਜਿਆ ਗਿਆ ਪਰਿਵਾਰ ਵੱਲੋਂ। ਅਤੇ ਕਿਉਂਕਿ ਅੱਜ ਤੋਂ ਜੇ ਕਹੀਏ ਵੀ 115-20 ਸਾਲ ਪਹਿਲਾਂ ਸੋਚਿਆ ਨਹੀਂ ਜਾ ਸਕਦਾ ਸੀ ਕੋਈ ਕਿ ਅਮਰੀਕਾ ਦੇ ਵਿੱਚ ਕੋਈ ਬੱਚੇ ਪੜ੍ਹਨ ਜਾਂਦੇ, ਉਦੋਂ ਸ਼ਿਪ 'ਤੇ ਜਾਂਦੇ ਸੀਗੇ। ਸੋ ਉਦੋਂ ਵਿਦੇਸ਼ਾਂ ਦੇ ਵਿੱਚ ਬੇਸ਼ੱਕ ਉੱਚ ਵਿੱਦਿਆ ਹਾਸਲ ਕਰਨ ਲਈ ਗਏ, ਲੇਕਿਨ ਉਸ ਸਮੇਂ ਜੋ ਗਦਰ ਮੂਵਮੈਂਟ ਚੱਲ ਰਹੀ ਸੀ ਉਹਦਾ ਬਹੁਤ ਵੱਡਾ ਪ੍ਰਭਾਵ ਉਹਨਾਂ 'ਤੇ ਪਿਆ। ਗਦਰ ਲਹਿਰ ਅਖਬਾਰ ਵੀ ਜੋ ਸ਼ੁਰੂ ਕੀਤਾ ਗਿਆ ਸੀ, ਉਸ ਦੇ ਵਿੱਚ ਵੀ ਉਹਨਾਂ ਨੇ ਪੱਤਰਕਾਰ ਦੇ ਤੌਰ 'ਤੇ ਕੰਮ ਕੀਤਾ। ਸੋ ਪਹਿਲੇ ਸਿੱਖ ਪਾਇਲਟ ਵੀ ਰਹੇ ਅਤੇ ਉਹ ਇਸ ਲਹਿਰ ਤੋਂ ਬੜੇ ਪ੍ਰਭਾਵਿਤ ਹੋਏ ਅਤੇ ਉਸ ਤੋਂ ਬਾਅਦ ਆਪਣੇ ਦੁਬਾਰਾ ਦੇਸ਼ ਆ ਕੇ ਉਸ ਜੋ ਆਜ਼ਾਦੀ ਦੀ ਲੜਾਈ, ਉਸ ਸਮੇਂ ਦੀ ਅੰਗਰੇਜ਼ਾਂ ਦੀ ਜੋ ਸਰਕਾਰ ਸੀ, ਉਹਨਾਂ ਦੀ ਹਕੂਮਤ ਸੀ, ਉਹਦੇ ਖਿਲਾਫ ਜੋ ਇੱਕ ਲੜਾਈ ਲੜੀ ਜਾ ਰਹੀ ਸੀ ਆਜ਼ਾਦੀ ਦੀ, ਉਸ ਲੜਾਈ ਦੇ ਵਿੱਚ ਉਹਨਾਂ ਨੇ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਅਤੇ ਬਹੁਤ ਛੋਟੀ ਉਮਰ ਦੇ ਵਿੱਚ ਉਹਨਾਂ ਨੇ ਮਹਾਨ ਕੁਰਬਾਨੀ ਦੇ ਕੇ ਆਪਣੇ ਪਰਿਵਾਰ ਦਾ ਨਾਮ, ਇਸ ਸਰਾਭੇ ਨਗਰ ਦਾ ਨਾਮ ਸਮੁੱਚੇ ਸੰਸਾਰ ਵਿੱਚ ਰੌਸ਼ਨ ਕੀਤਾ। ਸੋ ਇਸ ਲਈ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਮਹਾਨ ਸ਼ਹੀਦਾਂ ਨੂੰ, ਉਹਨਾਂ ਯੋਧਿਆਂ ਨੂੰ, ਉਹਨਾਂ ਸੂਰਵੀਰਾਂ ਨੂੰ ਯਾਦ ਰੱਖੀਏ ਜਿਨ੍ਹਾਂ ਨੇ ਸਾਡੇ ਦੇਸ਼ ਨੂੰ ਯਾਦ ਕਰਾਉਣ ਦੇ ਲਈ ਮਹਾਨ ਕੁਰਬਾਨੀਆਂ ਦਿੱਤੀਆਂ। ਕਿਉਂਕਿ ਅੱਜ ਜਿਸ ਆਜ਼ਾਦੀ ਦਾ ਆਨੰਦ ਅਸੀਂ ਮਾਣ ਰਹੇ ਹਾਂ, ਇਹ ਆਜ਼ਾਦੀ ਦੀ ਪ੍ਰਾਪਤੀ ਦੇ ਲਈ ਇਹ ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਸ਼ਹੀਦ ਭਗਤ ਸਿੰਘ, ਰਾਜਗੁਰੂ ਸੁਖਦੇਵ, ਲਾਲਾ ਲਾਜਪਤ ਰਾਏ ਵਰਗੇ ਅਨੇਕਾਂ ਹੀ ਸੂਰਵੀਰ ਯੋਧਿਆਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਲੇਕਿਨ ਅੱਜ 70 ਸਾਲ ਤੋਂ ਵੱਧ ਸਮਾਂ ਬੀਤ ਜਾਣ ਤੋਂ ਬਾਅਦ ਵੀ ਅੱਜ ਵੀ ਅਸੀਂ ਉਹਨਾਂ ਮਹਾਨ ਸ਼ਹੀਦਾਂ ਦੇ ਜਿਹੜੇ ਸੁਪਨੇ ਆ ਉਹ ਸਾਕਾਰ ਨਹੀਂ ਕਰ ਸਕੇ। ਸੋ ਲੋੜ ਇਹੋ ਜਿਹੇ ਦਿਨਾਂ 'ਤੇ ਸਾਨੂੰ ਪ੍ਰਣ ਕਰਨ ਦੀ ਕਿ ਅਸੀਂ ਜੋ ਸੋਚ ਲੈ ਕੇ ਉਹਨਾਂ ਮਹਾਨ ਸ਼ਹੀਦਾਂ ਨੇ ਕੁਰਬਾਨੀਆਂ ਦਿੱਤੀਆਂ, ਉਹਨਾਂ ਦੀ ਸੋਚ 'ਤੇ ਅਸੀਂ ਪਹਿਰਾ ਦਈਏ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਇਸ ਦੇਸ਼ ਦੇ ਅੰਦਰ, ਦੇਸ਼ ਨੂੰ ਅਸੀਂ ਤਰੱਕੀ ਵੱਲ ਲੈ ਕੇ ਜਾਈਏ। ਜੋ ਦੇਸ਼ ਦੇ ਅੰਦਰ ਸਮਾਜਿਕ ਬੁਰਾਈਆਂ ਨੇ, ਕੁਰੀਤੀਆਂ ਨੇ, ਸਮਾਜਿਕ ਸਮੱਸਿਆਵਾਂ ਨੇ, ਉਹਦੇ ਖਿਲਾਫ ਅਸੀਂ ਡਟ ਕੇ ਸਾਰੀ ਲੜਾਈ ਲੜੀਏ। ਇਹ ਮੈਂ ਸਮਝਦਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ। ਸੋ ਇਹ ਸਾਰਾ ਘਰ ਜੋ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਜੱਦੀ ਘਰ ਆ ਜਿਹੜਾ, ਅਤੇ ਇਹ ਤੁਹਾਨੂੰ ਮੈਂ ਸਾਰੇ ਤੁਹਾਡੇ ਧਿਆਨ ਦੇ ਵਿੱਚ ਲਿਆ ਰਿਹਾ ਕਿ ਇਸ ਘਰ ਦੇ ਵਿੱਚ ਇਹ ਉਹ ਭਾਗਾਂ ਵਾਲੀ ਧਰਤੀ ਆ, ਇਹ ਉਹ ਭਾਗਾਂ ਵਾਲੀ ਮਿੱਟੀ ਆ, ਭਾਗਾਂ ਵਾਲਾ ਪਿੰਡ ਆ ਜਿੱਥੇ ਉਹਨਾਂ ਨੇ, ਇਹ ਭਾਗਾਂ ਵਾਲਾ ਘਰ ਆ ਜਿੱਥੇ ਉਹਨਾਂ ਨੇ ਜਨਮ ਲੈ ਕੇ ਅੱਜ ਸਮੁੱਚੇ ਸੰਸਾਰ ਦੇ ਵਿੱਚ ਆਪਣਾ ਨਾਮ, ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ। ਇਸ ਲਈ ਹਰ ਸਾਲ, ਕਿਉਂਕਿ ਅਸੀਂ ਇਹ ਪਿੰਡ ਦੇ ਲੋਕ ਹੀ ਨਹੀਂ, ਇਹ ਇਲਾਕੇ ਦੇ ਲੋਕ, ਸਾਰੇ ਇਲਾਕੇ ਦੇ ਲੋਕ ਆਪਣੇ ਜਿਹੜੇ ਉਹਨਾਂ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ, ਉਹ ਸਾਰੇ ਸਾਡੇ ਜਿਹੜੇ ਨੌਜਵਾਨ ਨੇ ਖਾਸ ਤੌਰ 'ਤੇ ਉਹ ਰੋਲ ਮਾਡਲ ਮੰਨਦੇ ਨੇ ਅਤੇ ਇਸ ਨਗਰ ਦੇ ਇੱਕ ਵੱਡੇ ਵਡੇਰੇ ਦੇ ਤੌਰ 'ਤੇ ਉਹਨਾਂ ਦੀ ਜਿਹੜੀ ਬਹੁਤ ਜ਼ਿਆਦਾ ਉਹਨਾਂ ਦਾ ਸਤਿਕਾਰ ਜਿਹੜਾ ਇਸ ਨਗਰ ਨਿਵਾਸੀਆਂ ਵੱਲੋਂ ਹੀ ਨਹੀਂ, ਸਮੁੱਚੇ ਇਲਾਕੇ ਵੱਲੋਂ ਸ਼ਹੀਦ। ਸੋ ਇੰਨੀਆਂ ਬੇਨਤੀਆਂ ਕਰਦਾ ਖਿਮਾ ਦਾ ਜੱਜ ਖਾਂ, ਸਾਰਿਆਂ ਦਾ ਧੰਨਵਾਦ ਬਾਹਰੋਂ ਵੀ ਕਰ ਦਿਖਾਉਂਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।